Good morning, dear students. Today we are going to start our next topic, that is importance of organizing. ਇਸ ਤੋਂ ਪਹਿਲਾਂ ਆਪਾਂ ਪ੍ਰੋਸੈਸ ਕੀਤਾ ਸੀ, ਸਟੈਪਸ ਕੀਤੇ ਸੀ ਐਂਡ ਫੀਚਰਸ ਕੀਤੇ ਸੀ। ਤਾਂ ਹੁਣ ਆਪਣੇ ਕੋਲ ਕੀ ਇੰਪੋਰਟੈਂਸ ਹੈ ਆਰਗੇਨਾਈਜ਼ਿੰਗ ਕੀ ਹੁੰਦਾ ਵਾ, ਆਪਣਾ ਸੈਕਿੰਡ ਫੰਕਸ਼ਨ ਹੁੰਦਾ ਮੈਨੇਜਮੈਂਟ ਦਾ ਕਿ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਆਪਾਂ ਅਰੇਂਜ ਕਰਨਾ। ਪਹਿਲਾਂ ਆਪਣਾ ਕੀ ਹੈ ਡਿਵੀਜ਼ਨ ਆਫ ਵਰਕ। ਡਿਵੀਜ਼ਨ ਆਫ ਵਰਕ ਕੀ ਹੁੰਦਾ, ਕੰਮ ਨੂੰ ਕੀ ਕਰ ਦੇਣਾ ਆਪਾਂ ਡਿਵਾਈਡ ਉਹ ਕਹਿੰਦੇ ਆਪਾਂ ਇਸੇ ਲਈ ਕਰਦੇ ਹੈ ਤਾਂ ਕਿ ਆਪਣਾ ਇੱਕ ਤਾਂ ਡੁਪਲੀਕੇਸ਼ਨ ਦੇ ਚਾਂਸਿਸ ਨਾ ਰਹਿਣ, ਪਲੱਸ ਉਹ ਕਹਿੰਦੇ ਉਹਨਾਂ ਦੇ ਉੱਪਰ ਕੋਈ ਬਰਡਨ ਨਾ ਰਵੇ ਇੰਪਲੋਈਜ਼ ਦੇ ਵਿੱਚ, ਅਤੇ ਆਪਾਂ ਉਹਨਾਂ ਵਿੱਚ ਕੀ ਲੈ ਕੇ ਆ ਸਕੀਏ ਸਪੈਸ਼ਲਾਈਜੇਸ਼ਨ ਲੈ ਕੇ ਆ ਸਕੀਏ। ਇਸੇ ਕਰਕੇ ਆਪਾਂ ਕੀ ਕੰਮ ਕਰ ਦਿੰਦੇ ਹਾਂ ਡਿਵਾਈਡ। ਡਿਵੀਜ਼ਨ ਆਫ ਵਰਕ ਕਲੀਅਰ ਹੈ ਕਿ ਆਪਾਂ ਕੰਮ ਨੂੰ ਕਿਉਂ ਸਭ ਤੋਂ ਪਹਿਲਾਂ ਡੁਪਲੀਕੇਸ਼ਨ ਦੇ ਚਾਂਸਿਸ ਨਾ ਹੋਣ, ਪਲੱਸ ਬਰਡਨ ਨਾ ਰਵੇ, ਇਸੇ ਕਰਕੇ ਉਹ ਕਹਿੰਦੇ ਕੰਮ ਦੇ ਵਿੱਚ ਐਫੀਸ਼ੀਐਂਸੀ ਦੇ ਨਾਲ ਨਾਲ ਸਪੈਸ਼ਲਾਈਜੇਸ਼ਨ। ਹੁਣ ਆ ਸਪੈਸ਼ਲਾਈਜੇਸ਼ਨ ਆਪਾਂ ਉਹੀ ਸੇਮ ਪੁਆਇੰਟ ਕੀਤਾ ਵਾ ਸਪੈਸ਼ਲਾਈਜੇਸ਼ਨ ਕਿ ਡਿਵੀਜ਼ਨ ਆਫ ਵਰਕ ਆਪਣਾ ਬਹੁਤ ਇੰਪੋਰਟੈਂਟ ਪੁਆਇੰਟ ਹੈ, ਜਿਹਦੇ ਵਿੱਚ ਆਪਾਂ ਜਿਵੇਂ ਜਿਵੇਂ ਉਹਨਾਂ ਦੀ ਕੁਆਲੀਫਿਕੇਸ਼ਨ ਦੇ ਬਿਹਾਫ 'ਤੇ ਉਹਨਾਂ ਦੇ ਬਿਹਾਫ ਦੇ ਉੱਪਰ ਉਹਨਾਂ ਨੂੰ ਕੰਮ ਨੂੰ ਵੰਡ ਦਿੰਦੇ ਹਾਂ ਤਾਂ ਕਿ ਹਰ ਇੱਕ ਪਰਸਨ ਹਰ ਇੱਕ ਫੀਲਡ ਦੇ ਵਿੱਚ ਆਪਣਾ ਸਪੈਸ਼ਲਿਸਟ ਹੋਵੇ। ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਹਰ ਇੱਕ ਫੀਲਡ ਦੇ ਲਈ ਲਾਈਕ ਆਪਣੇ ਕੋਲ ਕੀ ਹੈ ਫਿਨਾਂਸ ਦੇ ਲਈ ਆਪਾਂ ਅਲੱਗ ਪਰਸਨ ਅਪੋਇੰਟ ਕਰਦੇ ਹਾਂ, ਸੇਲਸ ਦੇ ਲਈ ਅਲੱਗ, ਮਾਰਕੀਟਿੰਗ ਦੇ ਲਈ ਅਲੱਗ, ਪ੍ਰੋਡਕਸ਼ਨ ਦੇ ਲਈ ਅਲੱਗ। ਉੱਦਾਂ ਹੀ ਆਪਾਂ ਜਿੱਦਾਂ ਟੀਚਿੰਗ ਲਾਈਨ ਦੇ ਵਿੱਚ ਗੱਲ ਕਰਦੇ ਹਾਂ ਕਿ ਕਮਰਸ ਟੀਚਰਸ ਅਲੱਗ ਹੁੰਦੇ ਆ, ਮੈਡੀਕਲ ਨਾਨ ਮੈਡੀਕਲ ਅਲੱਗ ਹੁੰਦੇ ਆ। ਤਾਂ ਉਹ ਕੀ ਹੁੰਦਾ, ਕਹਿੰਦੇ ਜਦੋਂ ਬਾਰ-ਬਾਰ ਇੱਕ ਹੀ ਕੰਮ ਕਰਦੇ ਉਹਦੇ ਵਿੱਚ ਕੀ ਹੋ ਜਾਂਦੇ ਆ ਸਪੈਸ਼ਲਿਸਟ ਔਰ ਵਧੀਆ ਤਰੀਕੇ ਨਾਲ ਕੰਮ ਨੂੰ ਕਰਦੇ ਆ। ਫਿਰ ਆਪਣੇ ਕੋਲ ਕੀ ਹੈ ਕਲੈਰਿਟੀ ਇਨ ਵਰਕਿੰਗ ਰਿਲੇਸ਼ਨਸ਼ਿਪ ਜੋ ਕੰਮ ਕਰਦੇ ਪਏ ਹੈ ਉਹਨਾਂ ਦੇ ਵਿਚਕਾਰ ਰਿਲੇਸ਼ਨ ਵਧੀਆ ਹੋਣਗੇ। ਕਿੰਨਾ ਵਿਚਕਾਰ ਸੁਪੀਰੀਅਰ ਐਂਡ ਸਬੋਰਡੀਨੇਟ। ਸੁਪੀਰੀਅਰ ਮਤਲਬ ਟੋਪ ਲੈਵਲ, ਸਬੋਰਡੀਨੇਟਸ ਮਤਲਬ ਲੋਅਰ। ਇਹਨਾਂ ਨੂੰ ਕੰਮ ਜੋ ਦੱਸਦੇ ਆ ਇਹਨਾਂ ਨੇ ਉਹਨਾਂ ਨੂੰ ਕੀ ਕਰਨਾ ਹੁੰਦਾ ਅਨਸਰੇਬਲ। ਤਾਂ ਹਰ ਇੱਕ ਇੰਪਲੋਏ ਨੂੰ ਪਤਾ ਹੁੰਦਾ ਵਾ ਠੀਕ ਹੈ ਕਿ ਕੀ ਕੰਮ ਕਰਨਾ ਵਾ ਕੀ ਬਾਅਦ ਵਿੱਚ, ਕਿਉਂਕਿ ਉਹਨੂੰ ਪਤਾ ਮੈਂ ਹੀ ਅਕਾਊਂਟੇਬਲ ਹਾਂ, ਮੈਨੂੰ ਹੀ ਆਨਸਰ ਦੇਣਾ ਪੈਂਦਾ ਵਾ। ਫਿਰ ਉਹ ਕਹਿੰਦੇ ਇਹਦੇ ਵਿੱਚ ਜਿਹੜੀ ਰਿਮੂਵ ਅੰਬਿਗਿਸਟੀ ਮਤਲਬ ਜੋ ਕਲੀਅਰਨੈਸ ਨਹੀਂ ਹੁੰਦਾ ਗਾ ਉਹ ਸਾਰਾ ਆਪਣਾ ਪ੍ਰੋਪਰ ਫਾਰਮ ਦੇ ਵਿੱਚ ਆ ਜਾਂਦਾ, ਕਿਉਂਕਿ ਉਹਨਾਂ ਨੂੰ ਆਪਾਂ ਪ੍ਰੋਪਰ ਇੰਸਟਰਕਸ਼ਨ ਦਿੰਦੇ ਆ, ਉਹ ਵੀ ਕਲੈਰਿਟੀ ਕਲੀਅਰ ਫਾਰਮ ਦੇ ਵਿੱਚ ਦਿੰਦੇ ਆ। ਫਿਰ ਆਪਣੇ ਕੋਲ ਕੀ ਆ ਸਾਰੀ ਇੰਪੋਰਟੈਂਸ ਹੈ ਟੇਬਲ ਹੈ। ਫਿਰ ਆਪਣੇ ਕੋਲ ਕੀ ਆਪਟੀਮਮ ਯੂਟੀਲਾਈਜੇਸ਼ਨ ਆਫ ਰਿਸੋਰਸਿਸ ਕਿ ਰਿਸੋਰਸਿਸ ਨੂੰ ਆਪਾਂ ਸਹੀ ਤਰੀਕੇ ਨਾਲ ਯੂਜ਼ ਕਰਨਾ, ਉਹਨਾਂ ਨੂੰ ਸਹੀ ਤਰੀਕੇ ਨਾਲ ਯੂਜ਼ ਕਰਨਾ, ਉਹਨਾਂ ਨੂੰ ਡਿਊਟੀਜ਼ ਵੰਡ ਦੇਣੀਆਂ ਠੀਕ ਹੈ। ਸੈੱਟ ਦਾ ਪ੍ਰਾਇਓਰਿਟੀ ਐਂਡ ਡਿਵੈਲਪ ਰਿਲੇਸ਼ਨਸ਼ਿਪ ਬਿਟਵੀਨ ਲੈਵਲ ਆਫ ਮੈਨੇਜਮੈਂਟ ਕਿ ਆਪਾਂ ਕੰਮ ਨੂੰ ਵੰਡ ਦੇਣਾ ਤਾਂ ਕਿ ਆਪਣੀ ਵੇਸਟੇਜ ਨਾ ਆਵੇ, ਡੁਪਲੀਕੇਸ਼ਨ ਨੂੰ ਆਪਾਂ ਅਵੋਇਡ ਕਰਨਾ ਅਤੇ ਰਿਸੋਰਸਿਸ ਨੂੰ ਆਪਾਂ ਸਹੀ ਤਰੀਕੇ ਨਾਲ ਯੂਜ਼ ਕਰਨਾ। ਇਹ ਯੂਜ਼ ਆਪਾਂ ਸਹੀ ਤਰੀਕੇ ਨਾਲ ਕਰਾਂਗੇ, ਇਹ ਨਹੀਂ ਗਾ ਕਿ ਆਪਣੇ ਕੋਲ ਸਪੋਜ਼ ਆਪਾਂ 1000 ਪ੍ਰੋਡਕਟ ਬਣਾਉਣੇ ਆ ਠੀਕ ਹੈ। 1000 ਜੋ ਪ੍ਰੋਡਕਟ ਬਣਾਉਣੇ ਆ ਆਪਾਂ ਅਤੇ ਉਹਦੇ ਲਈ ਉਹ ਕਹਿੰਦੇ ਆਪਾਂ ਵਰਕਰ ਇੰਨੇ ਕੁ ਜ਼ਿਆਦਾ ਅਪੋਇੰਟ ਕੀਤੇ ਹੋਏ ਆ। ਵਰਕਰ ਸਪੋਜ਼ ਆਪਾਂ ਨੂੰ 50 ਚਾਹੀਦੇ ਸੀਗੇ ਆ 1000 ਪ੍ਰੋਡਕਟ, ਬਟ ਆਪਾਂ ਅਪੋਇੰਟ ਕਿੰਨੇ ਕੀਤੇ ਹੋਏ ਨੇ 70। ਹੁਣ ਜੋ 20 ਐਕਸਟਰਾ ਅਪੋਇੰਟ ਕੀਤੇ ਹੋਏ ਨੇ ਉਹਦਾ ਕੋਈ ਬੈਨੀਫਿਟ ਨਹੀਂ, ਇਸੇ ਕਰਕੇ ਕੀ ਆ ਉਹਨਾਂ ਨੂੰ ਸਹੀ ਤਰੀਕੇ ਨਾਲ ਆਪਾਂ ਯੂਜ਼ ਕਰਨਾ। ਫਿਰ ਪ੍ਰੋਪਰ ਡਾਇਰੈਕਸ਼ਨ, ਪ੍ਰੋਪਰ ਗਾਈਡੈਂਸ ਦੇਣੀ, ਆਪਾਂ ਉਹਨਾਂ ਨੂੰ ਦੱਸ ਦੇਣਾ ਰੂਲਸ ਕੀ ਹੈ, ਪ੍ਰੋਸੀਜਰ ਕੀ ਹੈ, ਕੀ ਡਾਇਰੈਕਟਿੰਗ ਹੈ, ਉਸ ਪ੍ਰੋਪਰ ਫਾਰਮ ਦੇ ਵਿੱਚ ਉਹਨਾਂ ਨੂੰ ਦੱਸ ਦੇਣਾ ਤਾਂ ਕਿ ਉਹ ਸਹੀ ਤਰੀਕੇ ਨਾਲ ਕੀ ਕਰ ਸਕਣ ਪਰਫੋਰਮ ਕਰ ਸਕਣ। ਫਿਰ ਕੋਆਰਡੀਨੇਸ਼ਨ ਐਂਡ ਕੰਟਰੋਲ। ਹੁਣ ਇਨ ਕੇਸ ਆਪਾਂ ਸਾਰੇ ਜੋ ਪਲੈਨਿੰਗ ਦੇ ਵਿੱਚ ਆਪਾਂ ਡਿਸੀਜ਼ਨ ਲੈ ਲਏ ਕਿ ਕਿਵੇਂ ਕਰਨਾ, ਕਿਸ ਤਰੀਕੇ ਨਾਲ ਔਰਗਨਾਈਜ਼ ਕਰ ਲਿਆ, ਬਟ ਉੱਥੇ ਕੀ ਹੈ ਬਿਲਕੁਲ ਵੀ ਕੋਆਰਡੀਨੇਸ਼ਨ ਹੈ ਨਹੀਂ ਤਾਂ ਆਪਣਾ ਕੋਈ ਵੀ ਕੰਪਲੀਟ ਨਹੀਂ ਹੋਊਗਾ। ਕਹਿੰਦੇ ਕੀ ਹੈ ਗੁੱਡ ਔਰਗਨਾਈਜ਼ਿੰਗ ਸਟਰਕਚਰ ਜਿਹੜਾ ਵਧੀਆ ਹੁੰਦਾ ਆਪਾਂ ਨੂੰ ਕੀ ਇੰਸ਼ੋਰ ਕਰਦਾ ਵਾ ਹਾਇਰਾਰਕੀ ਆਫ ਮੈਨੇਜਰਸ ਜਿਹੜੇ ਆਪਣੇ ਹੁੰਦੇ ਉਹ ਹਾਇਰਾਰਕੀ ਸੀਕੁਐਂਸ ਦੇ ਵਿੱਚ ਹੋਣੀ ਚਾਹੀਦੀ ਹੈ ਤਾਂ ਕਿ ਸਹੀ ਤਰੀਕੇ ਨਾਲ ਆਪਾਂ ਕੰਮ ਨੂੰ ਅਪੋਇੰਟ ਕਰ ਸਕੀਏ, ਤਾਂ ਕਿ ਉਹਦੇ ਵਿੱਚ ਆਪਣੀ ਕੀ ਆ ਸਕੇ ਬ੍ਰਿੰਗ ਇਫੈਕਟਿਵਨੈਸ ਇਨ ਐਡਮਿਨਿਸਟ੍ਰੇਸ਼ਨ। ਉਹਦੇ ਵਿੱਚ ਜਿਹੜਾ ਵਧੀਆ ਤਰੀਕੇ ਨਾਲ ਆਪਾਂ ਮਿਨੀਮਮ ਕਾਸਟ ਦੇ ਵਿੱਚ ਕੰਮ ਨੂੰ ਕਰ ਸਕੀਏ। ਨੈਕਸਟ ਸਮੂਥ ਫਲੋ ਆਫ ਕਮਿਊਨੀਕੇਸ਼ਨ। ਜੋ ਆਪਾਂ ਉਹਨਾਂ ਨੂੰ ਕਮਿਊਨੀਕੇਸ਼ਨ ਦਿੰਦੇ ਹੈ ਲਾਈਕ ਸੁਪੀਰੀਅਰ ਸਬੋਰਡੀਨੇਟਸ ਨੂੰ ਦੇਊਗਾ ਠੀਕ ਹੈ, ਤਾਂ ਉਹਨਾਂ ਨੂੰ ਕਹਿੰਦੇ ਆਪਣੇ ਕੋਲ ਕਿ ਸੁਪੀਰੀਅਰ ਕੈਨ ਈਜ਼ੀਲੀ ਕਮਿਊਨੀਕੇਟ ਦੇਅਰ ਆਰਡਰ ਟੂ ਦਾ subordinates and subordinate can convey their problems and grievance to the superiors। ਉਹਨਾਂ ਨੂੰ ਪ੍ਰੋਬਲਮ ਦੱਸ ਕੇ ਉਹਨਾਂ ਦਾ ਸੋਲਿਊਸ਼ਨ ਗ੍ਰੀਵੈਂਸ ਉਹਦਾ ਸੋਲਿਊਸ਼ਨਸ ਆਪਾਂ ਕੱਢ ਦੇਣਾ। ਮਤਲਬ ਪ੍ਰੋਪਰ ਅਗਰ ਕਮਿਊਨੀਕੇਸ਼ਨ ਹੋਊਗਾ ਆਪਾਂ ਦੱਸਾਂਗੇ ਤੁਹਾਡੀਆਂ ਕੀ ਅਥੋਰਿਟੀਜ਼ ਹੈ, ਕੀ ਰਿਸਪੋਂਸੀਬਿਲਿਟੀ ਹੈ, ਫਿਰ ਹੀ ਉਹ ਪਰਫੋਰਮ ਕਰਨਗੇ। ਫਿਰ ਉਹ ਕਹਿੰਦੇ ਕੀ ਆਪਣੇ ਕੋਲ ਅਡੈਪਟੇਸ਼ਨ ਟੂ ਚੇਂਜ। ਅਗਰ ਆਪਾਂ ਨੂੰ ਲੱਗਦਾ ਹੈ ਕਿ ਕੋਈ ਨਾ ਕੋਈ ਸੁਟੇਬਲ ਆਪਾਂ ਨੂੰ ਮਤਲਬ ਔਰਗਨਾਈਜੇਸ਼ਨ ਦੇ ਇਨਵਾਇਰਮੈਂਟ ਦੇ ਅਕੋਰਡਿੰਗ, ਬਿਜ਼ਨਸ ਇਨਵਾਇਰਮੈਂਟ ਦੇ ਅਕੋਰਡਿੰਗ ਆਪਾਂ ਨੂੰ ਕੁਛ ਚੇਂਜ ਕਰਨੀ ਚਾਹੀਦੀ ਹੈ, ਦੈਨ ਆਪਾਂ ਚੇਂਜ ਕਰ ਸਕਦੇ ਹਾਂ। ਕਹਿੰਦੇ ਇੱਦਾਂ ਨਹੀਂ ਹੋਣਾ ਚਾਹੀਦਾ ਕਿ ਇਨਫਲੈਕਸੀਬਲ ਨਹੀਂ ਹੋਣੀ ਚਾਹੀਦੀ, ਫਲੈਕਸੀਬਿਲਿਟੀ ਹੋਣੀ ਚਾਹੀਦੀ ਹੈ। ਫਿਰ ਆਪਾਂ ਕੀ ਕਰਦੇ ਹਾਂ ਕ੍ਰੀਏਟੀਵਿਟੀ ਨੂੰ ਇਨਕਰੇਜ ਕ੍ਰੀਏਟੀਵਿਟੀ ਕਿ ਨਵੇਂ ਉਹਨਾਂ ਵਿੱਚ ਜੋ ਆਈਡੀਆਜ਼ ਆਉਂਦੇ ਹੈ
ਉਹਨਾਂ ਨੂੰ ਇਹ ਪਾਰਟੀਸਪੇਟ ਕਰਨ ਦਾ ਆਪਾਂ ਚਾਂਸ ਦਿੰਦੇ ਹਾਂ ਕਿ ਤੁਸੀਂ ਵੀ ਇਹਦੇ ਵਿੱਚ ਲੈ ਸਕਦੇ ਹੋ ਡਿਸੀਜਨਸ ਵਗੈਰਾ। ਤਾਂ ਅਥੋਰਿਟੀ ਉਹ ਕਹਿੰਦੇ ਕੀ ਹੈ, ਡੈਲੀਗੇਟਡ ਟੂ ਦੈਮ, ਦਸ ਦਾ ਇੰਪਲੋਈ ਗੈਟ ਐਪਰਚੁਨਿਟੀ ਟੂ ਸ਼ੋ ਦੇਅਰ ਟੈਲੈਂਟ ਐਂਡ ਕ੍ਰੀਏਟੀਵਿਟੀ, ਆਪਣਾ ਜੋ ਟੈਲੈਂਟ ਅਤੇ ਕ੍ਰੀਏਟੀਵਿਟੀ ਉਹ ਕੀ ਕਰਨਗੇ, ਸ਼ੋ। ਫਿਰ ਆਪਣੇ ਕੋਲ ਕੀ ਹੈ, ਗਰੋਥ ਐਂਡ ਐਕਸਪੈਂਸ਼ਨ। ਜਦੋਂ ਨਵੇਂ ਆਪਣੇ ਟੈਲੈਂਟ ਅਤੇ ਕ੍ਰੀਏਟੀਵਿਟੀ ਨਵੇਂ ਆਈਡੀਆਜ਼ ਸ਼ੋ ਕਰਨਗੇ, ਉਹਦੇ ਨਾਲ ਬਿਜ਼ਨਸ ਦੇ ਵਿੱਚ ਪ੍ਰੋਫਿਟ ਹੀ ਹੋਊਗਾ, ਐਕਸਪੈਂਸ਼ਨ ਹੋਊਗੀ। ਇੱਕ ਨੋਟ ਪੋਸੀਬਲ ਅਨਲੈਸ ਉਹ ਕਹਿੰਦੇ ਆਪਣੇ ਕੋਲ ਅਗਰ ਇਹ ਫਲੈਕਸੀਬਲ ਮਤਲਬ ਨਹੀਂ ਗਾ, ਜੇ ਫਲੈਕਸੀਬਲ ਹੈ ਫਿਰ ਆਪਣੇ ਕੋਲ ਇਹ ਪੋਸੀਬਲ ਹੈ। ਫਿਰ ਟ੍ਰੇਨਿੰਗ ਅਤੇ ਡਿਵੈਲਪਮੈਂਟ ਕਿ ਆਪਾਂ ਸਹੀ ਪਰਸਨ ਨੂੰ ਰਾਈਟ ਮੈਨ ਨੂੰ ਰਾਈਟ ਜੋਬ ਦੇ ਲਈ ਅਪੋਇੰਟ ਕਰਨਾ। ਲਾਈਕ ਆਪਣੇ ਕੋਲ ਸਕੇਅਰ ਬਾਕਸ ਹੈ, ਠੀਕ ਹੈ। ਹੁਣ ਆਪਾਂ ਇਹਦੇ ਵਿੱਚ ਸਕੇਅਰ ਬਾਕਸ ਨੂੰ ਸਕੇਅਰ ਦੇ ਵਿੱਚ ਹੀ ਆਪਾਂ ਪੂਰੇ ਦਾ ਪੂਰਾ ਐਡਜਸਟ ਕਰਾਂਗੇ। ਅਗਰ ਆਪਾਂ ਸਰਕਲ ਹੈ, ਸਪੋਜ਼ ਸਰਕਲ ਆਪਣੇ ਕੋਲ ਸਪੋਜ਼ ਵੱਡਾ, ਉਹਨੂੰ ਇਹਦੇ ਵਿੱਚ ਐਡਜਸਟ ਨਹੀਂ ਕਰ ਸਕਦੇ। ਇਸੇ ਕਰਕੇ ਸਹੀ ਪਰਸਨ ਨੂੰ ਸਹੀ ਟਾਈਮ ਦੇ ਉੱਪਰ ਆਪਾਂ ਅਪੋਇੰਟ ਕਰਨਾ। ਫਿਰ ਆਪਾਂ ਜੋ ਕਰਪਟ ਜੋ ਫਰੋਡ ਵਗੈਰਾ ਹੋ ਰਹੀ ਹੈ, ਵਰਕਰਸ ਜੋ ਡਿਸऑनेस्ट ਹੈ, ਉਹ ਟਾਈਮ ਚੈੱਕ ਕਰਦੇ ਰਹਿਣਾ ਕਿ ਵਰਕਰਸ ਡਿਸऑनेस्ट ਨਹੀਂ ਹੋਣੇ ਚਾਹੀਦੇ, ਠੀਕ ਹੈ। ਫਿਰ ਆਪਾਂ ਕੋਆਰਡੀਅਲ ਵਰਕਿੰਗ ਇਨਵਾਇਰਮੈਂਟ, ਜਿੱਥੇ ਉਹ ਕੰਮ ਕਰਦੇ ਆ। ਹੁਣ ਅਗਰ ਉਹਨਾਂ ਨੂੰ ਆਪਾਂ ਕਹਿਤਾ ਕਿ ਤੁਹਾਨੂੰ ਨਾ ਅਸੀਂ ਲਾਈਟਿੰਗ ਫੈਸਿਲਿਟੀ ਦੇਵਾਂਗੇ, ਠੀਕ ਹੈ, ਨਾ ਹੀ ਉਹਨਾਂ ਨੂੰ ਮਤਲਬ ਕੋਈ ਪ੍ਰੋਪਰ ਕੁਝ ਵੀ ਫੈਸਿਲਿਟੀਜ਼ ਨਹੀਂ ਹੈਗੀਆਂ ਗੀਆਂ, ਤਾਂ ਉਹ ਆਪਣਾ ਕੰਮ ਸਹੀ ਤਰੀਕੇ ਨਾਲ ਕੰਪਲੀਟ ਨਹੀਂ ਕਰ ਪਾਉਣਗੇ। ਇਸੇ ਕਰਕੇ ਕਿ ਉਹਨਾਂ ਦਾ ਵਰਕਿੰਗ ਇਨਵਾਇਰਮੈਂਟ ਕਿ ਜਿੱਥੇ ਉਹ ਕੰਮ ਕਰਦੇ ਆ, ਉਹ ਸਿਚੁਏਸ਼ਨ ਬਿਨਾਂ ਕਨਫਲਿਕਟ, ਬਿਨਾਂ ਰਾਈਜ਼ ਮਤਲਬ ਕੋਈ ਕਨਫਲਿਕਟ ਵਗੈਰਾ ਨਹੀਂ ਉੱਥੇ ਰਾਈਜ਼ ਹੋਣੇ ਚਾਹੀਦੇ। ਫਿਰ ਸੈਲਫ ਕੌਨਫੀਡੈਂਸ। ਹੁਣ ਅਗਰ ਇੰਪਲੋਈਜ਼ ਦੇ ਵਿੱਚ ਸੈਲਫ ਕੌਨਫੀਡੈਂਸ ਹੀ ਨਹੀਂ ਹੈ ਕਿ ਆਪਣੀ ਗੱਲ ਉਹ ਸਹੀ ਤਰੀਕੇ ਨਾਲ ਕਹਿ ਹੀ ਨਹੀਂ ਪਾਉਂਦੇਗੇ, ਠੀਕ ਹੈ, ਤਾਂ ਉੱਥੇ ਉਹ ਕਹਿੰਦੇ ਪ੍ਰੋਬਲਮ ਕ੍ਰੀਏਟ ਹੁੰਦੀ ਹੈ। ਇਸੇ ਕਰਕੇ ਵਰਕਰਸ ਸਭ ਤੋਂ ਪਹਿਲਾਂ ਕੀ ਹੋਣਾ ਚਾਹੀਦਾ ਵਾ, ਕੌਨਫੀਡੈਂਸ, ਠੀਕ ਹੈ। ਕੌਨਫੀਡੈਂਸ ਉਹ ਕਹਿੰਦੇ ਇੰਡੀਪੈਂਡੈਂਟਲੀ ਆਪਣਾ ਕੰਮ ਨੂੰ ਕਰ ਸਕਣ। ਪ੍ਰਮੋਟ ਕਰਦੇ ਇਨੀਸ਼ੀਏਟਿਵ ਮਤਲਬ ਫਸਟ ਪ੍ਰੈਫਰੈਂਸ, ਪਹਿਲ ਕਰਦੇ ਆ ਅਤੇ ਬੁਲੀਡ ਕਰਦੇ ਆਪਣਾ ਕੌਨਫੀਡੈਂਸ। ਤਾਂ ਕਹਿੰਦੇ ਕੋਈ ਵੀ ਔਰਗਨਾਈਜੇਸ਼ਨ ਵਿੱਚ ਪਰਸਨ ਆ ਕੌਨਫੀਡੈਂਟ ਇੰਪਲੋਈ ਇਜ਼ ਐਨ ਐਸਿਟ ਆਫ ਐਨ ਔਰਗਨਾਈਜੇਸ਼ਨ, ਉਹ ਪ੍ਰੋਪਰਟੀ ਮੰਨੀ ਜਾਂਦੀ, ਕਿਉਂਕਿ ਉਹਨੇ ਹੀ ਅਗਰ ਪਰਸਨ 'ਚ ਕੌਨਫੀਡੈਂਸ ਹੋਊਗਾ ਤਾਂ ਹੀ ਬਿਜ਼ਨਸ ਅੱਗੇ ਵਧੂਗਾ। ਨੈਕਸਟ ਆਪਣੇ ਕੋਲ ਹੈ ਸਟਰਕਚਰ ਆਫ ਔਰਗਨਾਈਜੇਸ਼ਨ। ਆਹ ਔਰਗਨਾਈਜੇਸ਼ਨ ਦਾ ਸਟਰਕਚਰ ਹੈ ਆਪਣੇ ਕੋਲ ਕਿ ਆਪਾਂ ਔਰਗਨਾਈਜੇਸ਼ਨ ਸਟਰਕਚਰ ਆਪਣੇ ਕੋਲ ਕੀ ਹੈ, ਬੇਸਿਕਲੀ ਡਿਫਾਈਨ ਕਰਦਾ ਦਾ ਫੰਕਸ਼ਨ, ਐਲੋਕੇਸ਼ਨ ਆਫ ਟਾਸਕ, ਹਰ ਇੱਕ ਨੂੰ ਟਾਸਕ ਕੀਤੇ ਹੋਏ ਆ, ਵੰਡੇ ਹੋਏ ਨੇ, ਅਤੇ ਆਪਾਂ ਉਹਨਾਂ ਨੂੰ ਅਥੋਰਿਟੀ ਵੀ ਦੱਸੀ ਹੋਈ ਹੈ, ਠੀਕ ਹੈ। ਜਿੱਦਾਂ ਆਪਾਂ ਗੱਲ ਕਰਦੇ ਹਾਂ, ਇੱਕ ਛੋਟਾ ਔਰਗਨਾਈਜੇਸ਼ਨ ਹੈ, ਸਿੰਗਲ ਸੋਲ ਪ੍ਰੋਪਰਾਈਟਰ ਹੈ, ਪਾਰਟਨਰਸ਼ਿਪ ਕੀ ਹੁੰਦਾ ਜਿਸ 'ਚ 2 ਜਾਂ 2 ਤੋਂ ਜ਼ਿਆਦਾ, ਉਹ ਵੀ ਇੱਕ ਅਥੋਰਿਟੀ ਹੁੰਦੀ ਹੈ, ਉਹਦੇ ਅਕੋਰਡਿੰਗ ਉਹਨਾਂ ਨੂੰ ਕਰਦਾ। ਉਵੇਂ ਇਹਦੇ ਵਿੱਚ ਵੀ ਆਪਾਂ ਪਰਸਨਸ ਅਪੋਇੰਟ ਕਰਦੇ ਹਾਂ। ਔਰਗਨਾਈਜੇਸ਼ਨ ਸਟਰਕਚਰ ਰੀਪ੍ਰਜੈਂਟ ਜੋਬ ਪੋਜੀਸ਼ਨਸ ਐਂਡ ਦਾ ਟਾਸਕ ਅਸਾਈਨ ਐਂਡ ਦਾ ਅਥੋਰਿਟੀ ਰਿਲੇਸ਼ਨਸ਼ਿਪ ਬਿਟਵੀਨ ਦਾ ਵੇਰੀਅਸ ਪੋਜੀਸ਼ਨ, ਉਹਨਾਂ ਦੀ ਵੇਰੀਅਸ ਅਲੱਗ-ਅਲੱਗ ਪੋਜੀਸ਼ਨਸ ਆਪਾਂ ਨੂੰ ਦੱਸਦੇ ਆ ਕਿ ਮਾਰਕੀਟਿੰਗ ਵਾਲੇ ਨੇ ਸੇਲ ਅਤੇ ਐਡਵਰਟਾਈਜ਼ਿੰਗ ਕਰਨੀ ਹੈ, ਅਤੇ ਆਪਣੇ ਕੋਲ ਫਿਨਾਂਸ ਵਾਲੇ ਨੇ ਅਕਾਊਂਟੈਂਟ ਦਾ ਅਤੇ ਇੰਟਰਨਲ ਆਡੀਟਰ, ਅਤੇ ਉਹਨੇ ਅੱਗੇ ਦੀ ਅੱਗੇ ਪਰਸਨ ਰੱਖ ਲੈਂਦੇ ਆ। ਫਸਟ ਫੀਚਰ ਹੈ ਆਪਣੇ ਕੋਲ ਔਰਗਨਾਈਜੇਸ਼ਨ ਸਟਰਕਚਰ ਦੀ ਈਜ਼ੀ ਟੂ ਅੰਡਰਸਟੈਂਡ। ਕਹਿੰਦੇ ਔਰਗਨਾਈਜੇਸ਼ਨ ਸਟਰਕਚਰ ਇੱਦਾਂ ਹੋਣਾ ਚਾਹੀਦਾ, ਇੱਦਾਂ ਕੰਮ ਡਿਵਾਈਡ ਕਰਨਾ ਚਾਹੀਦਾ ਕਿ ਹਰ ਇੱਕ ਪਰਸਨ ਨੂੰ ਪਤਾ ਹੋਣਾ ਚਾਹੀਦਾ ਕਿ ਉਹਨੇ ਕੰਮ ਕੀ ਕਰਨਾ ਵਾ। ਫਿਰ ਰਿਲੇਸ਼ਨਸ਼ਿਪ ਮਤਲਬ ਹਰ ਇੱਕ ਨੂੰ ਪਤਾ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਓਨਰ ਕੌਣ ਹੈ ਅਤੇ ਆਪਣੇ ਕੋਲ ਵਰਕਰ ਕੌਣ ਹੈ, ਠੀਕ ਹੈ। ਤਾਂ ਰਿਲੇਸ਼ਨਸ਼ਿਪ ਅਮੰਗ ਇੰਪਲੋਈਜ਼ ਸ਼ੁੱਡ ਬੀ ਕਲੀਅਰਲੀ ਡਿਫਾਈਨ ਕਿ ਉਹਨਾਂ ਨੇ ਕਿਸ ਤਰੀਕੇ ਨਾਲ ਔਰਗਨਾਈਜੇਸ਼ਨ ਦਾ ਕੰਮ ਕਰਨਾ ਬਿਨਾਂ ਕਿਸੇ ਕਨਫਿਊਜ਼ਨ ਤੋਂ। ਫਿਰ ਹਰ ਇੱਕ ਨੂੰ ਇਹ ਨਹੀਂ ਗਾ ਕਿ ਇੱਕ ਨੂੰ ਆਪਾਂ ਕੰਮ ਸਭ ਤੋਂ ਵੱਧ ਦੇਤਾ ਅਤੇ ਆਪਾਂ ਬਾਕੀਆਂ ਨੂੰ ਦੇ ਨਹੀਂ ਰਹੇ, ਹਰ ਇੱਕ ਨੂੰ ਇਕੁਅਲ ਡਿਸਟਰੀਬਿਊਸ਼ਨ ਕੰਮ ਦੀ ਕਰ ਦੇਣੀ ਹੈ ਤਾਂ ਕਿ ਕੋਈ ਵੀ ਡੁਪਲੀਕੇਸ਼ਨ ਦਾ ਚਾਂਸਿਸ ਨਾ ਹੋਣ। ਸਾਰਿਆਂ ਦੇ ਕਾਮਨ ਆਬਜੈਕਟਿਵ ਹੋਣੀ ਚਾਹੀਦੀ ਹੈ ਤਾਂ ਕਿ ਉਹਨਾਂ ਨੂੰ ਅਚੀਵ ਕਰ ਸਕਣ। ਇਨਫੋਰਮਲ ਰਿਲੇਸ਼ਨ ਵੀ ਹੋਣੇ ਚਾਹੀਦੇ ਹੈ। ਇਨਫੋਰਮਲ ਹੁੰਦਾ ਵਾ, ਫੋਰਮਲ ਤਾਂ ਹੁੰਦਾ ਵਾ ਕਿ ਅਗਰ ਔਰਗਨਾਈਜੇਸ਼ਨ 'ਚੋਂ ਕੰਮ ਕਰ ਰਿਹਾ ਤਾਂ ਉੱਥੇ ਹੀ ਉਹ ਕਰੂਗਾ ਪਰਫੋਰਮ। ਇਨਫੋਰਮਲ ਕਿ ਆਪਾਂ ਬਾਹਰ ਵੀ ਕੋਈ ਨਾ ਕੋਈ ਪਰਫੋਰਮ ਕਰ ਸਕਦੇ ਹਾਂ। ਡਿਵੈਲਪ ਕਰਦਾ ਅਮੰਗ ਦਾ ਮੈਂਬਰਸ ਆਫ ਔਰਗਨਾਈਜੇਸ਼ਨ ਐਂਡ ਦੇ ਕੋਆਪਰੇਟ ਵਿਦ ਈਚ ਅਦਰ ਵਿਲਿੰਗਲੀ, ਆਪਣੀ ਮਰਜ਼ੀ ਨਾਲ ਕਰਨਗੇ, ਉਹਨਾਂ ਨੂੰ ਕੋਈ ਵੀ ਥੋਪੂਗਾ ਨਹੀਂ ਕੰਮ। ਅਥੋਰਿਟੀ ਐਂਡ ਰਿਸਪੋਂਸੀਬਿਲਿਟੀ ਇਹ ਦੋਨੋਂ ਆਪਣੀਆਂ ਹੋਣੀਆਂ ਚਾਹੀਦੀਆਂ ਵਾ ਪ੍ਰੋਪਰ ਫਾਰਮ ਦੇ ਵਿੱਚ। ਇਕੁਅਲ ਹੋਣੀ ਚਾਹੀਦੀ ਹੈ, ਪੈਰਿਟੀ ਮੀਨਸ ਇਕੁਅਲ, ਡਿਸਪੈਰਿਟੀ ਹੁੰਦਾ ਅਸਮਾਨਤਾ, ਠੀਕ ਹੈ। ਇਕੁਅਲ ਹੋਣੀ ਚਾਹੀਦੀ ਹੈ। ਫਲੈਕਸੀਬਿਲਿਟੀ ਅਕੋਰਡਿੰਗ ਟੂ ਸਿਚੁਏਸ਼ਨ ਨੂੰ ਆਪਾਂ ਕੀ ਕਰ ਸਕੀਏ, ਐਡਜਸਟ। ਨੈਕਸਟ ਆਪਣੇ ਕੋਲ ਕੀ ਟਾਈਪਸ ਜਿਹੜੀਆਂ ਬਹੁਤ ਇੰਪੋਰਟੈਂਟ ਨੇ। ਔਰਗਨਾਈਜੇਸ਼ਨ ਸਟਰਕਚਰ ਦੀਆਂ ਦੋ ਟਾਈਪਸ ਹੁੰਦੀਆਂ, ਫੰਕਸ਼ਨਲ ਔਰ ਡਿਵੀਜ਼ਨਲ। ਫੰਕਸ਼ਨਲ ਦੇ ਵਿੱਚ ਹੁਣ ਆਪਣੇ ਕੋਲ ਕੀ ਹੈ, ਫੰਕਸ਼ਨਲ ਔਰਗਨਾਈਜੇਸ਼ਨ ਜੋਬ ਆਫ ਸਿਮਿਲਰ ਨੇਚਰ ਆਰ ਗਰੁੱਪਡ ਟੂਗੈਦਰ ਐਂਡ ਸੈਪਰੇਟ ਡਿਪਾਰਟਮੈਂਟ। ਹਰ ਇੱਕ ਦੀ ਆਪਾਂ ਡਿਪਾਰਟਮੈਂਟ ਸੈੱਟ ਕਰਤੇ ਤਾਂ ਕਿ ਉਹ ਆਪਣੇ ਫੰਕਸ਼ਨ ਨੂੰ ਸਹੀ ਤਰੀਕੇ ਨਾਲ ਪਰਫੋਰਮ ਕਰ ਪਾਵੇ। ਐਨ ਐਕਸਪਰਟ ਇਜ਼ ਅਪੋਇੰਟਡ ਐਜ਼ ਅ ਹੈੱਡ ਆਫ,
एक आप एक्सपर्ट जिदा अपने को की एक उपर एक्सपर्ट रखता वो अंडर आप काम करांगे हैड सारे सारे रन करता वा दिस हैड रन ऑल द एक्टिविटी ऑफ डिपार्टमेंट एंड गैट द इंटायर वर्क ऑफ द डिपार्टमेंट डन बाय हिज सबॉर्डिनेट्स किहदे द्वारा काम करवाउंदा वो सबॉर्डिनेट्स द्वारा। तो फंक्शनल स्ट्रक्चर वेरीअस मैंबर कैन कम्यूनीकेट ईजीली विद द शेयर स्किल्स नॉलेज ग्रुप टुगैदर होंदा। हुण देखो अपने को मैनेजिंग डायरैक्टर है एक हैड है इन्हें अगे अपने सबॉर्डिनेट्स रख ले कि एक परचेज है एक प्रोडक्शन एक सेल एक अकाउंटिंग का करूगा एक परसोनल का करूगा। फॉर एग्जाम्पल अपने को बहुत सारी एक्टिविटीज़ है एक्टिविटी ऑफ मैन्युफैक्चरिंग इंडस्ट्री मैन्युफैक्चरिंग जिते आप कोई चीज़ बना रही हैं उन्होंने आप क्लासीफाई करता कि परचेज प्रोडक्शन इन्होंने सारे फिर वो कहते डिजाइनिंग द ऑर्गेनाइजेशन स्ट्रक्चर ऑफ हिज इंडस्ट्री फंक्शनल स्ट्रक्चर आप सैटअप करते आ सारिया चीज़ा तो एक्सप्लेन किया गया। फस्ट वो कहते फंक्शनल अपने को एडवांटेज की है ये ऑर्गेनाइजेशन जो आप काम इस तरीके वंडता कि सिर्फ और सिर्फ एक परसन है ए बी परसन है ए सी है ए डी है और ए ई है। जो ए परसन है वो सिर्फ और सिर्फ की करूँगा परचेजिंग करूँगा तो वो की आऊगी स्पैशलाइजेशन आऊगी। तो स्पैशलाइजेशन आने के नाल कहते वो की है होर भी ज़्यादा एक्सपर्टाइज होंदा रहूगा अपनी परफॉर्मेंस वो होर भी ज़्यादा इंप्रूव होंदी जाऊगी। फिर कंट्रोल भी ईजीयर हो जाता वा सारिया एक्टिविटीज़ में ईजीली कंट्रोल कर लेंदा वा किहड़ियां एक्टिविटीज़ उन्होंने असाइन कीतियां गईयां वो सारियां। फिर कोआर्डीनेशन प्रॉपर परफॉर्म लेंदी हुण इन्हां नूं पता है कि असीं किहनूं सिर्फ वो काम दसना वा मैनेजिंग नूं प्रोडक्शन नूं भी पता मैनेजिंग डायरैक्टर नूं देना वा सेल्स नूं भी पता वा तो इस करके कि अपने कोले कोआर्डीनेशन प्रॉपर रहिंदी है कि एक ही बॉस है। फिर ये कि अपनी वेस्टेज नहीं होंगी वेस्टेज रिड्यूस हो जाती ना ही डुप्लीकेशन के चांस नहीं देंगे ये करके की होंगे ये इकोनॉमी मतलब सस्ता पै जाता अपन। फिर जिदे नाल की अपनी एफिशिएंसी और प्रॉफिट की होंगे अपना इनक्रीज़ होना शुरू हो जाता बिजनेस के अपन प्रॉफिट्स वगैरह जॉब वगैरह भी वधियां शुरू हो जाती। ग्रोथ एंड एक्सपेंशन हम जिमें जिमें ऑर्गेनाइजेशन एफिशिएंसी इनक्रीज़ होगी क्योंकि आप काम डिवाइड किया है अलग अलग बेसिस के उपर कि हर एक प्रोडक्शन वाला हो गया वो हो गया। फिर फ्लैक्सीबिलिटी अकॉर्डिंग टू सिचुएशन की कर सकते हैं चेंज ईजी टू ट्रेन इंपलॉयज़ नूं ट्रेनिंग करनी भी ईजी हो जाती है क्योंकि अपन पता हर एक परफॉर्म उन्होंने किया होया काम वंडिया होया वा। डेमोक्रेटिक होंदा परसन द्वारा सैटअप किया जाता वा तो जिहदे करके इट एलिमिनेट द पॉसिबिलिटी ऑफ आर्बिट्रेरी एंड डिक्टोरियल डिसीजन एंड हैल्प इन एस्टैब्लिशिंग डेमोक्रेटिक सैटअप। जो फिर ज़्यादा बर्डन टॉप पर आता टॉप पर नहीं रहूगा हम काम आप डिवाइड करता जिहदे करके टॉप मैनेजमेंट से भी बर्डन घटना शुरू हो जाता जिहदे नाल मोरेल की होंदा इंक्रीज़ हो जाता वा वर्कर्स का। ये की आ मोरेल कहते उन्होंने कॉन्फिडेंस ही सारा हर अपना इंक्रीज़ करते हैं। हुण आपां एडवांटेज कीतियां तो डिसएडवांटेज की है कहते ऑर्गेनाइजेशन के स्ट्रक्चर जो ऑब्जैक्टिव है मेन परपज़ की उन्होंने की कर देंगे निगलैक्ट उन्होंने भुल जाते उन्होंने देखते ही नहीं कि अनदेखा कर देंगे है। फंक्शनल स्ट्रक्चर एवरी डिपार्टमेंट हैड इज़ मोर कंसर्नड अबाउट अचीवमेंट ऑफ देयर डिपार्टमेंट ऑब्जैक्टिव रैदर देन ओवरऑल ऑर्गेनाइजेशनल ऑब्जैक्टिव। सिर्फ और सिर्फ किनू देखूगा अपना डिपार्टमेंट नूं ऑर्गेनाइजेशन जो पूरा होंदा उन्होंने देखना ही भुल जाता उन्होंने ये है कि मैनू जो सिर्फ काम अपॉइंट किया गया मैं उही करूँगा उदों इलावा मैं होर कुछ भी नहीं करूँगा। फिर वायलेशन ऑफ प्रिंसीपल ऑफ यूनिटी ऑफ कमांड मतलब ये जोड़ा ये की है यूनिटी ऑफ कमांड आपां नूं की दसदा वा एवरी डिपार्टमेंट हैज़ सैपरेट हैड हर एक डिपार्टमेंट के लिए सैपरेट हैड होगा बट आपा की क्या सीगा कि एक ही हैड होना चाहिए वा जिहड़े सारे के सारे काम नूं परफॉर्म करे। रूल तोड़ता तो कहते कि दिस रिजल्ट इन इंपलॉय रिसीविंग ऑर्डर फ्रॉम नंबर ऑफ बॉसिस बहुत सारे बॉसिस होंगे जिहदे करके आपां नूं मेन प्रॉब्लम आउंदी है। फिर कोआर्डीनेशन नहीं होगी जो अपने को ज़्यादा वा। सेल मैनेजर नो नथिंग अबाउट द प्रोडक्शन प्रोसैस उन्होंने तो प्रोडक्शन बारे कुछ नहीं पता एंड प्रॉब्लम फेस प्रोडक्शन डिपार्टमेंट ऑल्सो कहते इन्फॉर्मेशन हैज़ टू फ्लो फ्रॉम वन डिपार्टमेंट टू अनदर कहते इस करके आपां दो या दो तो ज़्यादा डिपार्टमेंट होने के नाल कोआर्डीनेशन उन्होंने कंट्रोल करना भी आपां औखा हो जाता। फिर जिहदे नाल की राइज होंदा वा कन्फ्लिक्ट मतलब अपने को लड़ाई झगड़े की है ज़्यादा तो ज़्यादा अराइज होने शुरू हो जाती है। फॉर एग्जाम्पल सेल डिपार्टमेंट में इंसिस्ट ऑन गिविंग एडिशनल डिस्काउंट इन ऑर्डर टू इंक्रीज सेल्स। ठीक है सेल अपना जो डिपार्टमेंट उन्होंने की किया कि अगर उन्होंने ਵਧਾਉਣਾ मैं अलग तो कोई ना कोई डिस्काउंट दूंगा बट फिनांस डिपार्टमेंट में हैव सम ऑब्जेक्शन
ਉਹਨੂੰ ਇਹ ਚੀਜ਼ ਨਹੀਂ ਪਸੰਦ ਗੀ, ਉਹ ਨਹੀਂ ਦੇਣਾ ਚਾਹੁੰਦਾ ਗਾ। ਫਿਨਾਂਸ ਵਾਲੇ ਨੂੰ ਇਟ ਮੇ ਰਿਡਿਊਸ ਦਾ ਰੈਵਨਿਊ ਐਂਡ ਪ੍ਰੋਫਿਟੇਬਿਲਿਟੀ। ਹੁਣ ਫਿਨਾਂਸ ਵਾਲਾ ਕੀ ਬੋਲਦਾ ਪਿਆ ਕਿ ਅਗਰ ਤੁਸੀਂ ਸੇਲ ਦੇ ਵਿੱਚ ਚੀਜ਼ ਘਟਾਈ ਚੱਲੋਗੇ, ਡਿਸਕਾਊਂਟ ਘਟਾ ਦੂੰਗੇ, ਤਾਂ ਫਿਨਾਂਸ ਵੀ ਆਪਣਾ ਘਟ ਜੂਗਾ, ਪ੍ਰੋਫਿਟੇਬਿਲਿਟੀ ਘਟ ਜੂਗੀ, ਮਤਲਬ ਇਨਕਮ ਆਪਣੇ ਕੋਲੇ ਘਟ ਜੂਗੀ। ਠੀਕ ਹੈ, ਤਾਂ ਇਸੇ ਕਰਕੇ ਕਹਿੰਦੇ ਇਹਦੇ ਵਿੱਚ ਕੀ ਅਰਾਈਜ਼ ਹੁੰਦੇ ਆਪਣੇ ਕਨਫਲਿਕਟ। ਫਿਰ ਇਨਫਲੈਕਸੀਬਿਲਿਟੀ ਦੇ ਕੌਜ਼, ਕਈ ਵਾਰ ਉਹ ਕਹਿੰਦੇ ਆਪਾਂ ਇਹਨਾਂ ਨੂੰ ਚੇਂਜ ਨਹੀਂ ਕਰ ਸਕਦੇ ਆਰਗੇਨਾਈਜੇਸ਼ਨ ਦੇ ਵਿੱਚ, ਉਹਦੇ ਵਿੱਚ ਮੇਨ ਪ੍ਰੋਬਲਮ ਆਉਂਦੀ ਹੈ। ਫਿਰ ਡਿਸੀਜ਼ਨ ਦੇ ਵਿੱਚ ਵੀ ਦੇਰੀ ਹੋ ਜਾਂਦੀ ਹੈ। ਡਿਫਰੈਂਟ ਫੰਕਸ਼ਨਲ ਹੈਡ ਟੂ ਮੇਕ ਅ ਕਲੈਕਟਿਵ ਡਿਸੀਜ਼ਨ ਅਬਾਊਟ ਸਮਥਿੰਗ। ਹਰ ਇੱਕ ਹੈਡ ਉਹ ਕੀ ਹੈ ਗਿਵਸ ਗ੍ਰੇਟਰ ਇੰਪੋਰਟੈਂਸ ਟੂ ਦੇਅਰ ਡਿਪਾਰਟਮੈਂਟਲ ਆਬਜੈਕਟਿਵ, ਜਿਹਦੇ ਕਰਕੇ ਆਪਾਂ ਨੂੰ ਬਹੁਤ ਸਾਰੀਆਂ ਪ੍ਰੋਬਲਮਸ ਅਰਾਈਜ਼ ਹੁੰਦੀਆਂ ਵਾ। ਫਿਰ ਲੈਕ ਆਫ ਅਕਾਊਂਟੇਬਿਲਿਟੀ, ਅਕਾਊਂਟੇਬਿਲਿਟੀ ਹੁੰਦਾ ਆਨਸਰੇਬਲ ਕਰਨਾ ਅੰਡਰ ਫੰਕਸ਼ਨਲ ਸਟਰਕਚਰ, ਵੀ ਜਦੋਂ ਫੰਕਸ਼ਨਲ ਹੁੰਦਾ ਵਾ ਕਿ ਨੰਬਰ ਆਫ ਇੰਪਲੋਈ ਆਰ ਇਨਵੋਲਵ ਇਨ ਅਕੰਪਲਿਸ਼ਿੰਗ ਵਨ ਟਾਸਕ। ਬਹੁਤ ਸਾਰੇ ਪਰਸਨ ਇੱਕ ਹੀ ਟਾਸਕ ਨੂੰ ਪੂਰਾ ਕਰਨ ਦੇ ਵਿੱਚ ਆਪਾਂ ਲਗਾ ਦਿੰਦੇ ਆ, ਜਿਹਦੇ ਕਰਕੇ ਕੋਈ ਆਨਸਰ ਆਪਾਂ ਨੂੰ ਸਹੀ ਤਰੀਕੇ ਨਾਲ ਦੇ ਨਹੀਂ ਪਾਉਂਦਾ। ਫਿਰ ਇਹ ਇਨਸਟੇਬਿਲਿਟੀ ਹੈ, ਪਤਾ ਨਹੀਂ ਕਦੋਂ ਆਪਾਂ ਨੂੰ ਪ੍ਰੋਬਲਮ ਸਫਰ ਕਰਨੀ ਪੈ ਜੇ। ਇਨਸਟੇਬਿਲਿਟੀ ਇਨ ਦਾ ਸਟਾਫ ਐਂਡ ਸਪੈਸ਼ਲਿਸਟ ਐਸਪੈਕਟ ਸਫਰ ਦਾ ਮੋਸਟ। ਫਿਰ ਇਹ ਬਹੁਤ ਮਹਿੰਗਾ ਪੈਂਦਾ ਕਿਉਂਕਿ ਆਪਾਂ ਨੂੰ ਹਰ ਇੱਕ ਪਰਸਨ ਨੂੰ ਸਪੈਸ਼ਲਿਸਟ ਨੂੰ ਜ਼ਿਆਦਾ ਸੈਲਰੀ ਪੇ ਕਰਨੀ ਪੈਂਦੀ ਹੈ, ਜਿਹਦੇ ਕਰਕੇ ਉਹ ਕਹਿੰਦੇ ਆਪਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮਸ ਕ੍ਰੀਏਟ ਹੁੰਦੀਆਂ। ਫਿਰ ਸੁਟੇਬਲ ਡਿਵੀਜ਼ਨ ਆਫ ਵਰਕ ਐਜ਼ ਪਰ ਫੰਕਸ਼ਨ, ਉਹਨਾਂ ਦੇ ਫੰਕਸ਼ਨ ਦੇ ਬਿਹਾਫ 'ਤੇ ਹੋਣਾ ਚਾਹੀਦਾ। ਡਿਗਰੀ ਆਫ ਸਪੈਸ਼ਲਿਸਟ ਹੋਣੀ ਚਾਹੀਦੀ ਹੈ। ਠੀਕ ਹੈ, ਗਰੋਥ ਐਂਡ ਐਕਸਪੈਂਸ਼ਨ ਇਹਨਾਂ ਦਾ ਮੇਨ ਮੋਟਿਵ ਹੋਣਾ ਚਾਹੀਦਾ। ਇੱਕ ਟਾਈਪ ਦੀ ਪ੍ਰੋਡਕਟ ਹੋਣੀ ਚਾਹੀਦੀ ਹੈ। ਸਟ੍ਰਿਕਟ ਸੁਪਰਵਿਜ਼ਨ ਹੋਣੀ ਚਾਹੀਦੀ, ਵੀ ਨਿਗਰਾਨੀ ਧਿਆਨ ਨਾਲ ਰੱਖਣੀ ਚਾਹੀਦੀ ਹੈ। ਫਿਰ ਵਰਕ ਦੇ ਵਿੱਚ ਰਿਡਕਸ਼ਨ ਇਨ ਵਰਕ ਲੋਡ ਆਫ ਟਾਪ ਮੈਨੇਜਰ, ਟਾਪ ਮੈਨੇਜਰ ਦਾ ਕੰਮ ਵੀ ਕੀ ਹੋ ਜਾਂਦਾ ਵਾ ਰਿਡਿਊਸ ਹੋ ਜਾਂਦਾ। ਅਤੇ ਆਪਾਂ ਜੋ ਹੁਣ ਕੱਲ੍ਹ ਡਿਸਕਸ ਕਰਾਂਗੇ ਉਹ ਡਿਵੀਜ਼ਨਲ, ਇਨਫੋਰਮਲ ਐਂਡ ਫਾਰਮਲ ਕਰਾਂਗੇ।